ਉਹ ਜਦੋਂ ਪੁਲਿਸ ਨੇ ਜੁੱਤੀਆਂ ਮਾਰੀਆਂ ਉਸੇ ਐਸਪੀ ਕੋਲ ਬੰਦੇ ਆਏ, ਉਹਨਾਂ ਆਖਿਆ ਜੀ ਉਹ ਸੁਨਿਆਰਾ ਅਸਾਂ ਕਤਲ ਕੀਤਾ ਸੀ। ਅੱਛਾ, ਸੁਨਿਆਰਾ ਅਸਾਂ ਕਤਲ ਕੀਤਾ ਸੀ। ਤੇ ਉਹਨਾਂ ਉਹ ਕਲਾਸ਼ਨ ਕੋ ਵੀ ਜਿਹੜੀ ਸੁਨਿਆਰੇ ਕੋ ਚੁੱਕੀ ਸੀ ਉਹ ਵੀ ਬਰਾਮਦ ਕਰਾਤੀ ਤੇ ਸੋਨਾ ਵੀ। ਅੱਛਾ, ਉਹ ਗੁੱਜਰ ਸਾਹਿਬ ਕੋਈ ਅੱਲਾ ਦੇ ਚੰਗੇ ਬੰਦੇ ਹਨ, ਪੁਲਿਸ ਅਫਸਰ, ਉਹਨਾਂ ਸਮਝਿਆ ਮੇਰੇ ਕੋਲ ਜ਼ੁਲਮ ਹੋਇਆ, ਬੰਦੇ ਸਜ਼ਾਏ ਮੌਤ ਹੋ ਗਏ ਨੇ, ਤੇ ਕਿਉਂ ਨਾ ਮੈਂ ਇਹਨਾਂ ਦੀ ਮਦਦ ਕਰਾਂ। ਯੂਨਸ ਸਾਹਿਬ ਉਹਨਾਂ ਇੱਕ ਚਲਾਨ ਨਵਾਂ ਤਿਆਰ ਕੀਤਾ ਤੇ ਅਦਾਲਤ ਚ ਜਾ ਕੇ ਰਿਕੁਐਸਟ ਕੀਤੀ ਕਿ ਜਨਾਬ ਮੇਰੇ ਕੋਲੋਂ ਗਲਤੀ ਹੋ ਗਈ ਹੈ, ਬੰਦੇ ਨੇ ਅਸਲ ਕਾਤਲ ਇਹ ਨੇ। ਠੀਕ ਹੈ। ਪੁਲਿਸ ਨੇ ਫਾਈਲ ਗੁੱਜਰ ਸਾਹਿਬ ਦੇ ਮੂੰਹ ਤੇ ਮਾਰੀ, ਉਹਨਾਂ ਕਹਾ ਨਾਜਾ ਇਹ ਕਿਹੜੀ ਨਵੀਂ ਡਰਾਮਾ ਅਦਾਲਤ ਨੇ ਮਾਰੀ? ਅਦਾਲਤ ਨੇ। ਅੱਛਾ, ਕਿਹਾ ਕੀ ਡਰਾਮੇਬਾਜ਼ੀ ਕਰਕੇ ਆ ਗਏ ਹੋ। ਠੀਕ ਹੈ ਜਨਾਬ, ਉਸ ਐਸਪੀ ਸਾਹਿਬ ਨੇ ਉਸੇ ਫਾਈਲ ਨੂੰ ਦੁਬਾਰਾ ਲੈ ਕੇ ਗਏ ਨੇ ਸੁਪਰੀਮ ਕੋਰਟ, ਉੱਥੋਂ ਵੀ ਇਹੀ ਹਾਲ ਬੰਦੇ ਮੈਂ ਪੰਜੇ ਫੱਟੇ ਲੱਗਦੇ ਵੇਖੇ। ਅੱਛਾ, ਉਹਨਾਂ ਨੇ ਜਿਹਨਾਂ ਨੇ ਕਤਲ ਨਹੀਂ ਸੀ ਕੀਤਾ ਉਹਨਾਂ ਅਸਲ ਕਰਪਸ਼ਨ ਜਿਹੜੀ ਹੈ ਉਹ ਅਦਾਲਤਾਂ 'ਚ ਜਾ ਕੇ ਜੱਜ ਸਾਹਿਬ ਦੇ ਸਾਹਮਣੇ ਜਦੋਂ ਤਰੀਕ ਲੈਣੇ ਆ, ਬਰੀ ਹੁੰਨੇ ਆ, ਤੇ ਉਹ ਜਿਹੜਾ ਰੀਡਰ ਪੈਸੇ ਲੈਂਦਾ ਹੈ, ਕਿਆ ਉਹ ਜੱਜ ਨੂੰ ਪਤਾ ਨਹੀਂ? ਅਸਲ ਅਜ਼ਾਬ ਆਇਆ ਨਾ ਇਸ ਮੁਲਕ 'ਚ ਜਦੋਂ ਵੀ ਕਿਧਰੇ ਆਇਆ, ਔਰ ਕੌਮਾਂ ਜਦੋਂ ਤਬਾਹ ਹੁੰਦੀਆਂ ਨੇ ਇਨਸਾਫ ਦੀ ਵਜ੍ਹਾ ਤੋਂ ਹੁੰਦੀਆਂ ਨੇ, ਔਰ ਸਾਡੀ ਅਦਲੀਆ ਦੀ ਵਜ੍ਹਾ ਤੋਂ ਕੌਮਾਂ ਜਦੋਂ ਵੀ ਤਬਾਹ ਹੋਏਗਾ ਮੁਲਕ, ਉਹਦੇ ਸਭ ਤੋਂ ਜ਼ਿਆਦਾ ਕਸੂਰਵਾਰ ਸਾਡੀਆਂ ਅਦਲੀਆ ਹੋਏਗੀ। अस्सलाम वालेकुम जी दोस्तों, मेरा नाम है मोहम्मद यूनस ते तुसी वेखदे हो पे YG TV। ਅੱਜ ਫਿਰ ਰਾਣਾ ਇਰਸ਼ਾਦ ਸਾਹਿਬ ਸਾਡੇ ਨਾਲ ਮੌਜੂਦ ਨੇ ਕਿ ਜਿਹੜੇ ਕਿਸੇ ਵੀ ਤਾਰੀਫ ਤੇ ਤਾਰਫ ਦਾ ਮੁਹਤਾਜ ਨਹੀਂ ਹਨ। ਤੁਹਾਨੂੰ ਪਤਾ ਹੈ ਕਿ 10 ਸਾਲ ਇਹਨਾਂ ਨੇ ਬੇਗੁਨਾਹ ਸਜ਼ਾ ਕੱਟੀ ਸੀ ਤੇ ਜੇਲ੍ਹ ਦੇ ਵਿੱਚ ਬੜਾ ਕੁਝ ਇਹਨਾਂ ਸਿੱਖਿਆ ਸੀ, ਤੇ ਉਹ ਆਪਣੇ ਸਿੱਖਣ ਦੀ ਰੋਸ਼ਨੀ ਦੇ ਵਿੱਚ, ਤਜਰਬਿਆਂ ਦੀ ਰੋਸ਼ਨੀ ਦੇ ਵਿੱਚ ਆ ਕੇ ਤੇ ਆਵਾਮ ਨੂੰ ਮੋਟੀਵੇਟ ਕਰਦੇ ਰਹਿੰਦੇ ਨੇ ਤੇ ਦੱਸਦੇ ਰਹਿੰਦੇ ਨੇ ਕਿ ਖੁਦਾਰਾ ਕਿਸੇ ਤਰੀਕੇ ਜੇਲ੍ਹ ਦੇ ਵਿੱਚ ਜਾਣ ਤੋਂ ਬਚ ਜਾਓ। ਲਿਹਾਜ਼ਾ ਇਹਦਾ ਤਲਕ ਤੇ ਕੋਈ ਨਹੀਂ, ਕਿਉਂਕਿ ਬੇਗੁਨਾਹ ਵੀ ਬੜੇ ਜੇ ਜੇਲ੍ਹਾਂ 'ਚ ਟੁਰ ਜਾਂਦੇ ਨੇ। ਲੇਕਿਨ ਅੱਜ ਦਾ ਸਾਡਾ ਮੌਜੂ ਇੱਕ ਹੋਰ ਚੀਜ਼ ਤੇ ਵੇ ਕਿ ਬੰਦਿਆਂ ਦੇ ਬਾਰੇ ਤੁਹਾਂ ਦੱਸਿਆ, ਨਸੀਹਤ ਆਮੋਜ਼ ਵਾਕਿਆਤ ਜਿਹੜੇ ਰਾਣਾ ਸਾਹਿਬ ਨੇ ਸਾਨੂੰ ਸੁਣਾਏ, ਤੁਹਾਂ ਸਾਰਿਆਂ ਨੇ ਸੁਣੇ। ਅੱਜ ਇੱਕ ਹੋਰ ਸਾਡਾ ਮਾਟੋ ਵੇ, ਅਸੀਂ ਵੇਖਣਾ ਚਾਹ ਰਹੇ ਹਾਂ ਕਿ ਔਰਤਾਂ ਦੇ ਨਾਲ ਕਿਹੋ ਜਿਹੇ ਮਾਮਲਾਤ ਜੇਲ੍ਹ ਦੇ ਵਿੱਚ ਹੁੰਦੇ ਨੇ ਤੇ ਜੇਲ੍ਹ ਦੇ ਵਿੱਚ ਕਿਆ ਜ਼ਿੰਦਗੀ, ਜਿਵੇਂ ਲੋਕ ਬਾਹਰ ਸੋਚਦੇ ਨੇ ਕਿ ਜੇਲ੍ਹ ਦੇ ਵਿੱਚ ਜਾਣ ਵਾਲੀ ਜਿਹੜੀਆਂ ਕੈਦੀਆਂ ਔਰਤਾਂ ਨੇ ਉਹਨਾਂ ਨਾਲ ਕਿਆ ਜਿਹੜਾ ਅਮਲਾ ਹੈ, ਜਾਂ ਫਿਰ ਜਿਹੜੇ ਜੇਲ੍ਹ ਦੇ ਜੇਲਰ ਨੇ ਜਾਂ ਕੋਈ ਹੋਰ ਤਰੀਕਾਕਾਰ ਨੇ, ਉਹਨਾਂ ਦੇ ਬਿਹੇਵ ਕਿਸ ਤਰ੍ਹਾਂ ਹੁੰਦੇ ਨੇ। ਬੜੀਆਂ ਉਲਟੀਆਂ ਸਿੱਧੀਆਂ ਗੱਲਾਂ ਨੇ। ਤੇ ਰਾਣਾ ਸਾਹਿਬ ਜ਼ਾਹਰੀ ਗੱਲ ਹੈ 10 ਸਾਲ ਉੱਥੇ ਰਹਿ ਕੇ ਨੇ, ਤੇ ਰਾਣਾ ਸਾਹਿਬ ਕੋਲ ਪੁੱਛਨੇ ਆ ਕਿ ਕਿਹੋ ਜਿਹੇ ਮਾਮਲਾਤ ਹੁੰਦੇ ਨੇ, ਔਰਤਾਂ ਦੀ ਲਾਈਫ ਕਿਸ ਤਰ੍ਹਾਂ ਦੀ ਹੁੰਦੀ ਹੈ ਜੇਲ੍ਹ ਦੇ ਵਿੱਚ। अस्सलाम वालेकुम। वालेकुम सलाम। ਰਾਣਾ ਸਾਹਿਬ ਕੀ ਹਾਲ ਹੈ? ਠੀਕ ਠਾਕ ਗੁਜਰ ਸਾਹਿਬ। ਤੁਸੀਂ? ਰਾਣਾ ਸਾਹਿਬ ਪਹਿਲਾਂ ਤਾਂ ਹੀ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਮਿਹਰਬਾਨੀ। ਤੇ ਸਾਡੀ ਜਿਹੜੀ ਆਵਾਮ ਹੈ ਉਹ ਅਕਸਰ ਔਕਾਤ ਸਾਨੂੰ ਇਹ ਗੱਲਾਂ ਪੁੱਛਦੀ ਰਹਿੰਦੀ ਹੈ, ਕਮੈਂਟ ਬਾਕਸ 'ਚ ਪੁੱਛਦੀ ਰਹਿੰਦੀ ਹੈ ਕਿ ਰਾਣਾ ਸਾਹਿਬ ਨੂੰ ਸੁਣਨਾ ਵੀ ਪਸੰਦ ਕਰਦੇ ਨੇ ਲੋਕੀ, ਤੁਹਾਡੀ ਜ਼ੁਬਾਨ ਦੀ ਤਸੀਰ ਨੂੰ ਸੁਣਨਾ ਪਸੰਦ ਕਰਦੇ ਨੇ। ਤੇ ਸਾਨੂੰ ਅੱਜ ਰੋਸ਼ਨੀ ਪਾਓ, ਜ਼ਰਾ ਦੱਸੋ ਕਿ ਜੇਲ੍ਹ ਜਿਹੜੀਆਂ ਔਰਤਾਂ ਜਾਂਦੀਆਂ ਨੇ ਉਹ ਉਹਨਾਂ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਜੇਲ੍ਹ ਇੰਤਜ਼ਾਮੀਆ ਦੀ ਤਰਫੋਂ? ਯੂਨਸ ਸਾਹਿਬ, ਔਰਤਾਂ ਦੇ ਨਾ ਮੁਖਤਲਿਫ ਜਿਹੜੇ ਮਰਦਾਂ ਵਾਲੇ ਜਰਾਇਮ ਨੇ ਨਾ, ਔਰਤਾਂ ਵਾਲੇ ਘੱਟ ਨੇ। ਠੀਕ ਹੈ। ਮਤਲਬ ਲੜਾਈ ਝਗੜੇ 'ਚ ਔਰਤਾਂ ਘੱਟ ਹੁੰਦੀਆਂ ਨੇ। ਮਨਸ਼ਿਆਤ ਫਰੋਸ਼ ਔਰਤਾਂ ਦੀ ਰੇਸ਼ੋ ਥੋੜੀ ਜਿਹੀ ਲੜਾਈ ਝਗੜੇ ਦੀ ਨਿਸਬਤ ਜ਼ਿਆਦਾ ਹੈ। ਔਰ ਸਭ ਤੋਂ ਜ਼ਿਆਦਾ ਜਿਹੜੀ ਰੇਸ਼ੋ ਵੇ ਨਾ ਉਹ 371 ਕੇਸ ਹੈ, ਆ ਜਿਹੜਾ ਜ਼ਨਾ ਵਗੈਰਾ, ਇਹਨਾਂ 'ਚ ਉਹਨਾਂ ਦਾ ਜ਼ਿਆਦਾ ਮਾਮਲਾਤ ਹੁੰਦੇ ਨੇ। ਜਿਹੜੀਆਂ ਔਰਤਾਂ ਜ਼ਿਆਦਾ ਉੱਥੇ ਜਿਹੜੀਆਂ ਚਕਲਾ ਵਗੈਰਾ ਚਲਾਉਂਦੀਆਂ ਨੇ, ਇਹ ਵੀ ਜ਼ਿਆਦਾ, ਇਹਨਾਂ ਦੀ ਰੇਸ਼ੋ ਦੂਸਰੀਆਂ ਔਰਤਾਂ ਦੀ ਨਿਸਬਤ ਜ਼ਿਆਦਾ ਹੁੰਦੀ ਹੈ। ਠੀਕ ਹੈ। ਸਾਡੀਆਂ ਖਾਨਦਾਨੀ ਔਰਤਾਂ ਵੀ ਉੱਥੇ ਟੁਰ ਜਾਂਦੀਆਂ ਨੇ, ਦੇਖਣਾ ਮਾਸ਼ਰੇ ਦੀ ਭੀੜ ਚੜ ਜਾਂਦੀਆਂ ਨੇ। ਠੀਕ ਹੈ। ਮਿਸਾਲ ਦੇ ਤੌਰ ਤੇ ਅਸੀਂ ਉਸ ਘਟੀਆ ਮਾਸ਼ਰੇ ਦੇ ਲੋਕ ਹਾਂ ਕਿ ਅਗਰ ਕਿਸੇ ਦੇ ਭਾਈ ਕੋਲੋਂ, ਕਿਸੇ ਦੇ ਬਾਪ ਕੋਲੋਂ ਕੋਈ ਕੰਮ ਹੋ ਗਿਆ, ਕਤਲ ਕਰ ਦਿੱਤਾ, ਤੇ ਉਹਨਾਂ ਕਿਸੇ ਦੀ ਮਾਂ ਨੂੰ ਜਾਂ ਭੈਣ ਨੂੰ ਵੀ ਵਿੱਚ ਮੁਲਵਸ ਕਰ ਛੜਿਆ। ਠੀਕ ਹੈ। ਜਾਂ ਕੁਝ ਐਸੀਆਂ ਔਰਤਾਂ ਵੀ ਮੈਂ ਵੇਖੀਆਂ ਜੇਲ੍ਹ 'ਚ ਜਿਨ੍ਹਾਂ ਦੇ ਖਾਨਦਾਨ ਨੇ ਉਹਨਾਂ ਦੀ ਇੱਜ਼ਤ ਨੂੰ ਨਿਲਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਆਪਣੇ ਖਾਨਦਾਨ ਵੀ ਕਤਲ ਕਰ ਦਿੱਤਾ। ਠੀਕ ਹੈ। ਉਹ ਬਗੈਰਤ ਨਹੀਂ ਹੁੰਦੀਆਂ। ਠੀਕ ਹੈ। ਲੇਕਿਨ ਉਹ ਇੱਥੋਂ ਦੇ ਜਬਰ ਤੋਂ ਬਚਣ ਵਾਸਤੇ ਉਹ ਆਪਣਾ ਗਲਤ ਫੈਸਲਾ ਕਰਕੇ ਤੇ ਜੇਲ੍ਹ 'ਚ ਚਲੀਆਂ ਜਾਂਦੀਆਂ। ਉਹ ਇਸ ਤਰ੍ਹਾਂ ਹੀ ਉੱਥੇ ਜ਼ਿੰਦਗੀ ਗੁਜ਼ਾਰਦੀਆਂ ਨੇ ਜਿਸ ਤਰ੍ਹਾਂ ਇੱਥੇ ਘਰ 'ਚ ਬਾਇੱਜ਼ਤ ਬਾ ਪਰਦਾ ਔਰਤਾਂ ਗੁਜ਼ਾਰਦੀਆਂ ਨੇ। ਠੀਕ ਹੈ। ਉਹਨਾਂ ਦੀ ਇੱਜ਼ਤ ਨੂੰ ਕੋਈ ਦਾਗ ਨਹੀਂ ਲੱਗ ਸਕਦਾ। ਠੀਕ ਹੈ। ਕਿਉਂਕਿ ਮੇਰਾ ਇਤਕਾਦ ਹੈ ਕਿ ਜਿੰਨੀ ਦੇਰ ਔਰਤ ਅੰਦਰੋਂ ਖਰਾਬ ਨਹੀਂ ਨਾ, ਉਹਨੂੰ ਦੁਨੀਆ ਦਾ ਕੋਈ ਮਰਦ ਟੱਚ ਹੀ ਨਹੀਂ ਕਰ ਸਕਦਾ। ਔਰ ਜੇਲ੍ਹ ਦੇ ਵਿੱਚ ਐਸਾ ਸਿਸਟਮ ਨਹੀਂ ਹੈ ਕਿ ਮਤਲਬ ਜਿਹੜਾ ਮਰਜ਼ੀ ਮੂੰਹ ਚੁੱਕ ਕੇ ਤੇ ਜ਼ਨਾਨਖਾਨੇ 'ਚ ਚਲਾ ਜਾਵੇ। ਠੀਕ ਹੈ। ਉੱਥੇ ਇੱਕ ਨਜ਼ਮੋ ਜ਼ਬਤ ਨਾਲ, ਇੱਕ ਤਰੀਕਾਕਾਰ ਨਾਲ ਜੇਲ੍ਹ ਦਾ ਸਿਸਟਮ ਹੈ। ਔਰ ਜ਼ਨਾਨਖਾਨਾ ਜਿਹੜਾ ਉਹ ਤਕਰੀਬਨ ਜੇਲ੍ਹ ਦੇ ਸੁਪਰਡੈਂਟ ਜੇਲ੍ਹ ਦੇ ਦਫ਼ਤਰ ਦੇ ਨਾਲ ਹੀ ਹੁੰਦਾ। ਔਰ ਦੱਸਣੇ ਵਿੱਚ ਨਾ ਸੋਭਾ ਦਾ ਅਸਰ। ਠੀਕ ਹੈ। ਕਿਉਂਕਿ ਉਹ ਸਾਰੀਆਂ ਇਕੱਠੀਆਂ 100-200 ਔਰਤ ਜਿਹੜੀ ਉਹ ਤਕਰੀਬਨ ਜੇਲ੍ਹ ਸਿਆਲਕੋਟ 'ਚ ਜਦੋਂ ਮੈਂ ਸਾਂ 60-70 ਤੋਂ ਥੱਲੇ ਨਹੀਂ ਸਨ ਕਦੇ ਆਈਆਂ। ਉਹ ਔਰਤਾਂ ਦੇ ਵਿੱਚ ਜਦੋਂ ਮਿਕਸ ਹੋ ਜਾਂਦਾ ਨਾ, ਅਚਾਰ ਬਣ ਜਾਂਦਾ ਹੈ। ਸੋਭਤ ਦਾ ਬੜਾ ਅਸਰ ਹੈ।
ਸੋਬਤ ਦੇ ਅਸਰ ਦਾ ਗੁਜਰ ਸਾਹਿਬ ਫਰਕ ਹੈ ਵੇ ਕਿ ਉਸ ਗੰਦ ਚ ਵੀ ਆਪਣੇ ਆਪ ਨੂੰ ਮਹਿਫੂਜ਼ ਰੱਖਣਾ। ਠੀਕ ਹੈ। ਉਹਨਾਂ ਨੇ ਆਪਣੇ ਤਰੀਕੇਕਾਰ ਨੂੰ ਇਸ ਤਰ੍ਹਾਂ ਦਾ ਮਤਲਬ ਮੇਨਟੇਨ ਕੀਤਾ ਕਿ ਜਿਹੜੀਆਂ ਇੱਥੋਂ ਬਾਇਜ਼ਾ ਸਾਨਾ ਖੁਦਾ ਉਹਨਾਂ ਉੱਥੇ 12 14 ਘੰਟੇ ਅਸੀਂ ਤੇ ਨਹੀਂ ਅੰਦਰ ਜਾ ਸਕਦੇ। ਕਿਸੇ ਕੈਦੀ ਦੀ ਜ਼ਰੂਰਤ ਨਹੀਂ, ਕਿਸੇ ਹਵਾਲਾਤੀ ਦੀ ਜ਼ਰੂਰਤ ਨਹੀਂ, ਕਿਸੇ ਆਮ ਮੁਲਾਜ਼ਮ ਦੀ ਜ਼ਰੂਰਤ ਨਹੀਂ ਜ਼ਨਾਨਖਾਨੇ 'ਚ ਦਾਖਲ ਹੋ ਜਾਏ। ਲੇਕਿਨ ਕਿਉਂਕਿ ਅਸੀਂ ਪੁਰਾਣੇ ਸਾਂ ਮਜ਼ਹਬੀ ਟੀਚਰ ਸਾਂ, ਸਾਡੇ ਨਾਲ ਕੁਝ ਉਹਨਾਂ ਦੇ ਮਾਮਲਾ ਜੁੜੇ ਹੁੰਦੇ ਨੇ, ਸੁਪਰਡੈਂਟ ਜੇਲ੍ਹ ਵਗੈਰਾ ਡਿਪਟੀ ਵਗੈਰਾ ਵੀ ਟੀਚਰਾਂ ਨਾਲ ਮੁਸ਼ਾਵਰਤ ਕਰ ਲੈਂਦੇ ਨੇ। ਉਹ ਸਮਝਦੇ ਨੇ ਕਿ ਇਹ ਮਾਸ਼ਰੇ ਦੇ ਥੋੜੇ ਜਿਹੇ ਸੁਲਝੇ ਬੰਦੇ ਨੇ। ਠੀਕ ਹੈ। ਉਹ ਸੁਣਦੇ ਰਹਿੰਦੇ ਸਾਂ ਕਿ ਯਾਰ ਔਰਤਾਂ ਵੀ ਕੁਰਾਨ ਪਾਕ ਦੀ ਬੜੀ ਤਲਾਵਤ ਕਰਦੀਆਂ ਨੇ, 5 ਵਕਤ ਨਮਾਜ਼ ਪੜ੍ਹਦੀਆਂ, ਔਰ ਕੁਝ ਉੱਥੇ ਗੰਦ ਵੀ ਹੁੰਦਾ। ਠੀਕ ਹੈ। ਦੋਵੇਂ ਕਹਾਣੀਆਂ ਨੇ ਨਾ। ਆਹੋ। ਸੋਬਤ ਦਾ ਅਸਰ ਹੁੰਦਾ। ਫਿਰ ਉੱਥੇ ਬਹਿ ਕੇ ਜਿੰਨਾ ਆਪਣੇ ਆਪ ਨੂੰ ਮਹਿਫੂਜ਼ ਕੀਤਾ ਨਾ, ਉਹ ਇਨਸ਼ਾਅੱਲਾ ਅੱਲਾ ਉੱਥੇ ਬਹਿ ਕੇ ਵੀ ਉਹਨਾਂ ਦੀ ਨਿਜਾਤ ਕਰ ਦੇਣਗੇ। ਠੀਕ ਹੈ। ਉੱਥੇ ਰਹਿ ਕੇ ਜਿਹੜੀਆਂ ਫਿਰ ਖਰਾਬ ਕਰਦੀਆਂ ਨੇ, ਆਪਣੀ ਗਰੁੱਪਿੰਗ ਕਰ ਲੈਂਦੀਆਂ ਨੇ, ਮੇਰਾ ਇਹ ਕੰਮ ਚੱਲਦਾ ਤੇ ਮੈਂ ਇੱਥੇ ਗਰੁੱਪ ਹੈ, ਮੇਰਾ ਇੱਥੇ ਗਰੁੱਪ ਹੈ, ਬਾਹਰ ਆ ਕੇ ਉਹਨਾਂ ਅੰਦਰ ਰਹਿ ਕੇ, ਕਿਉਂਕਿ ਇੱਕ ਮੁਲਾਜ਼ਮ ਦੀ ਵੀ ਡਿਊਟੀ ਲੱਗਦੀ ਹੈ। ਤਕਰੀਬਨ ਸੁਪਰਡੈਂਟ ਜੇਲ੍ਹ ਜਿਹੜੇ ਅੱਛੇ ਇਨਸਾਨ ਨੇ ਨਾ, ਮਿਸਾਲ ਦੇ ਤੌਰ ਤੇ ਅਸਦੁੱਲਾ ਵਡਾਈ ਸਾਹਿਬ ਸਨ, ਅੱਜ ਕੱਲ ਅਡਿਆਲਾ ਜੇਲ੍ਹ ਸੁਪਰਡੈਂਟ ਨੇ, ਤੇ ਇੱਕ ਸਾਡੇ ਹਾਫਿਜ਼ ਅਜ਼ੀਜ਼ੁੱਲਾ ਸਾਹਿਬ ਸਨ, ਮਲਕ ਜ਼ਿਆਉਦੀਨ ਸਾਹਿਬ ਸਨ। ਉਹ ਇੱਕ ਐਸੇ ਸੁਪਰਡੈਂਟ ਜੇਲ੍ਹ ਹੋਏ ਨੇ ਕਿ ਜਿਨ੍ਹਾਂ ਨੂੰ ਮਾਸ਼ਰੇ ਦੇ ਬਿਹਤਰੀਨ ਇਨਸਾਨ ਕਹਿ ਸਕਦੇ ਹੋ ਤੁਸੀਂ। ਠੀਕ ਹੈ। ਇਹਨਾਂ ਦੇ ਨਾਲ ਹੀ ਇੱਕ ਅਸਗਰ ਮਨੀਰ ਸਾਹਿਬ ਸੁਪਰਡੈਂਟ ਜੇਲ੍ਹ ਹੋਏ ਨੇ। ਉਹ ਗੰਦੇ ਤਰੀਨ ਇਨਸਾਨ ਸਮਝ ਲਓ। ਦੋ ਰੁਖ ਜੀ ਅੱਲਾ ਨੇ ਨਾ ਦੋਵੇਂ ਦੁਨੀਆ ਦੇ ਕਰਦੇ। ਠੀਕ ਹੈ। ਉਹਦੇ ਹੁੰਦਿਆਂ ਨਾ ਕੈਦੀਆਂ ਦੀ ਇੱਜ਼ਤ ਮਹਿਫੂਜ਼ ਸੀ, ਨਾ ਕੈਦੀ ਔਰਤਾਂ ਦੀ ਇੱਜ਼ਤ ਮਹਿਫੂਜ਼ ਸੀ। ਠੀਕ ਹੈ। ਉਹ ਇਸ ਤਰ੍ਹਾਂ ਦਾ ਕਰਪਟ ਤਰੀਨ ਇਨਸਾਨ ਸੀ। ਅਸਗਰ ਮਨੀਰ ਉਹਦਾ ਨਾਂ ਸੀ। ਠੀਕ ਹੈ। ਉਹ ਜਿਹੜੇ ਅੱਛੇ ਇਨਸਾਨ ਸਨ ਉਹਨਾਂ ਦੀ ਕਦਰ ਨਹੀਂ ਕਰਦਾ। ਕਰਪਸ਼ਨ ਜਿੰਨਾ, ਕਿਉਂਕਿ ਉਹਦਾ ਮਾਟੋ ਹੀ ਕਰਪਸ਼ਨ ਸੀ। ਠੀਕ ਹੈ। ਉਹਨੇ ਆਪਣੇ ਬੰਦੇ ਰੱਖੇ ਸਨ ਕਿ ਲੁੱਟਣਾ ਕਿਸ ਤਰ੍ਹਾਂ, ਉਹਨਾਂ ਤਰੀਕਾਕਾਰ ਸੀ। ਇਹਦੇ ਬਦਲੇ 'ਚ ਜਿਹੜਾ ਹਾਫਿਜ਼ ਅਜ਼ੀਜ਼ ਜਿਹੜੇ ਨੇ ਅਸਦ ਜਵੇਦ ਵਡਾਈ ਸਾਹਿਬ, ਮੈਂ ਦਾਅਵੇ ਨਾਲ ਕਹਿਣਾ ਕਿ ਉਦੋਂ ਮੇਰੇ ਹੁੰਦਿਆਂ 3200 ਬੰਦੇ ਦੀ ਗਿਣਤੀ ਸੀ ਨਾ। ਉਹ ਜਦੋਂ ਮੈਂ ਮਜ਼ਹਬੀ ਟੀਚਰ ਸਾਂ ਤੇ ਉਹ ਆਂਦੇ ਹਨ ਉਸਤਾਦ ਜੀ। ਠੀਕ ਹੈ। ਸੁਪਰਡੈਂਟ ਜੇਲ੍ਹ ਜਿਸ ਕੈਦੀ ਨੂੰ ਉਸਤਾਦ ਜੀ ਕਹਿੰਦਾ ਹੈ, ਉਹ ਮੇਰੀ ਇੱਜ਼ਤ ਨਹੀਂ ਸੀ। ਮੈਂ ਆਪੇ ਆਖਾਂ ਮੇਰੀ ਬੜੀ ਇੱਜ਼ਤ ਕਰਦਾ ਸੀ। ਮੈਂ ਤੇ ਇੱਕ ਮੁਜਰਮ ਸਾਂ ਜੀ। ਖੁਦਾ ਦੀ ਕਸਮ, ਉਹ ਕੁਰਾਨ ਪਾਕ ਦੀ ਇੱਜ਼ਤ ਕਰਦਾ ਹੀ ਹੁੰਦਾ। ਇਹਨਾਂ ਦੇ ਇਹ ਕੁਰਾਨ ਪਾਕ ਪੜ੍ਹਾਉਂਦੇ ਨੇ। ਇਹ ਅਸੀਂ ਜਿਹੜਾ ਸੀ ਨਾ ਮਾਸ਼ਰਾ, ਅਸੀਂ ਦੂਰ ਹੋ ਗਏ ਦੀਨ ਤੋਂ। ਉਹ ਦੀਨ ਸਾਡੇ ਥੋੜਾ ਜਿਹਾ ਵੀ ਨੇੜੇ ਲੱਗ ਜਾਏ ਤੇ ਅੱਲਾ ਇੱਜ਼ਤ ਬੜੀ ਦੇ ਦਿੰਦਾ। ਤੇ ਸੁਪਰਡੈਂਟ ਜੇਲ੍ਹ ਨੇ ਵੀ ਮਤਲਬ ਮਲਕ ਜ਼ਿਆਉਦੀਨ ਸਾਹਿਬ ਸਨ ਗੁਜਰਾਤ ਦੇ, ਉਹ ਵੀ ਮੈਨੂੰ ਆਉਂਦੇ ਹੋਣੇ ਉਸਤਾਦ ਜੀ ਆ ਜਾਓ। ਠੀਕ ਹੈ। ਉਸਤਾਦ ਜੀ ਆ ਜਾਓ। ਹਾਫਿਜ਼ ਅਜ਼ੀਜ਼ੁੱਲਾ ਸਾਹਿਬ ਦਾ ਤੇ ਜੋੜ ਹੀ ਕੋਈ ਨਹੀਂ। ਉਹ ਵੀ ਅਸਦ ਜਵੇਦ ਵਡਾਈ ਸਾਹਿਬ ਨੂੰ ਅੱਲਾ ਨੇ ਖੂਬੀ ਦਿੱਤੀ ਸੀ ਕਿ 3200 ਬੰਦੇ ਦੇ ਵਿੱਚ ਉਸ ਬੰਦੇ ਨੇ ਚੈਲੰਜ ਕੀਤਾ ਸੀ ਕਿ ਮੈਨੂੰ ਕਦੇ ਵਜ਼ੀਰ ਆਲਾ ਪੰਜਾਬ ਵੀ ਹੁਕਮ ਕੀਤਾ ਨਾ, ਜਿਹਨੇ ਦੀਨ ਸਿੱਖ ਕੇ ਜਿਹੜਾ ਕੰਮ ਕਰਨਾ ਨਾ, ਮੈਂ ਉਹਦੀ ਇੱਜ਼ਤ ਜ਼ਿਆਦਾ ਕਰਾਂਗਾ। ਵਜ਼ੀਰ ਆਲਾ ਪੰਜਾਬ ਦੀ ਬਾਅਦ ਚ ਸੁਣਾਂਗਾ। ਠੀਕ ਹੈ। ਉਹ ਗਿਣਤੀ ਪੱਕੀ ਕਰਾਣੀ, ਗਿਣਤੀ ਚੇਂਜ ਕਰਾਣੀ। ਉਹਨਾਂ ਇੱਕ ਸਿਸਟਮ ਬਣਾਇਆ ਸੀ ਜਿਹਦੇ ਵਿੱਚ ਅਸਾਂ ਵੇਖਿਆ ਕਿ ਲੋਕਾਂ ਨੂੰ 12 ਘੰਟੇ ਅਸਾਂ ਕੁਰਾਨ ਪਾਕ ਪੜ੍ਹਦਿਆਂ ਵੇਖਿਆ, ਦੁਆਵਾਂ ਯਾਦ ਕਰਦਿਆਂ ਵੇਖਿਆ। ਠੀਕ ਹੈ। ਇਹ ਵੀ ਇੱਕ ਕਿਰਦਾਰ ਹੈ। ਇਸ ਵਾਸਤੇ ਗੁਜਰ ਸਾਹਿਬ, ਉਹ ਜਿਹੜੀਆਂ ਕਰਪਟ ਔਰਤਾਂ ਨੇ ਨਾ, ਉਹਨਾਂ ਨੇ ਜਿਹੜੀਆਂ ਖਾਨਦਾਨੀ ਔਰਤਾਂ, ਉਹਨਾਂ ਆਪਣੀ ਇੱਜ਼ਤ ਵੀ ਬਚਾਣੀ, ਉਹਨਾਂ ਕੋਲ ਜਾਨ ਵੀ ਛਡਾਣਾ, ਉਹਨਾਂ ਦੀ ਸੋਬਤ ਕੋਲੋਂ ਵੀ ਬਚਣਾ। ਅੰਦਰ ਕੋਈ ਸਿਸਟਮ ਨਹੀਂ ਕਿ ਕਿਸੇ ਨਾਲ ਕੋਈ ਬੀਬੀ ਰਲ ਜਾਵੇ। ਬਾਹਰ ਆ ਕੇ ਕਿਸੇ ਮੁਲਾਜ਼ਮ ਨਾਲ ਉਹਨਾਂ ਦੀ ਅੰਡਰਸਟੈਂਡਿੰਗ ਹੋ ਜਾਏ, ਜਿਹੜੀਆਂ ਅੰਦਰੋਂ ਗੰਦੀਆਂ ਹੋਣ, ਉਹ ਵੱਖਰੀ ਬਾਤ ਹੈ। ਜੇਲ੍ਹ 'ਚ ਕੋਈ ਸਿਸਟਮ ਨਹੀਂ ਕਿਸੇ ਔਰਤ ਨਾਲ। ਅੱਛਾ, ਇਹ ਫਿਰ ਰਾਣਾ ਸਾਹਿਬ ਇਹ ਗੱਲਾਂ ਗਲਤ ਨੇ, ਹੁਰਫੇ ਆਮ ਜਿਹੜੀਆਂ ਮਸ਼ਹੂਰ ਹੋਈਆਂ ਨੇ ਕਿ ਜਿਹੜੀਆਂ ਖਾਨਦਾਨੀ ਔਰਤਾਂ ਵੀ ਟੁਰ ਜਾਂਦੀਆਂ ਨੇ ਕਿਸੇ ਨਾ ਕਿਸੇ ਮਾਮਲੇ ਦੀ ਵਜ੍ਹਾ ਤੋਂ, ਜਾਂ ਕਿਸੇ ਸ਼ਰੀਕਾਂ ਦੀ ਭੇਦ ਚੜ ਕੇ ਜੇਲ੍ਹ 'ਚ ਟੁਰ ਜਾਂਦੀਆਂ ਨੇ। ਲੋਕੀ ਜਦੋਂ ਜੇਲ੍ਹ ਕੱਟ ਕੇ ਆ ਜਾਂਦੇ ਨੇ ਤੇ ਉਹਨਾਂ ਨੂੰ ਇੱਜ਼ਤ ਦੀ ਨਿਗਾਹ ਨਾਲ ਹੀ ਵੇਖਦੇ, ਸੋਚਦੇ ਨੇ ਕਿ ਪਤਾ ਨਹੀਂ ਹੈ ਕਿਹੜਾ ਕਰਪਟ ਕੰਮ ਕਰ ਰਹੀਆਂ ਨੇ। ਹਾਲਾਂਕਿ ਵੇਖਿਆ ਜਾਏ ਤੇ ਬੜੇ ਜਿਹੇ ਸ਼ਰੀਫ ਲੋਕ ਵੀ ਤੇ ਜਿਹੜੇ ਕਰਪਟ ਲੋਕ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਮਾਮਲੇ 'ਚ ਫਸਾ ਕੇ ਜੇਲ੍ਹ ਦੀ ਹਵਾ ਖਵਾ ਛੱਡਦੇ ਹੁੰਦੇ ਨੇ। ਮੈਂ ਤੁਹਾਨੂੰ ਦੱਸਿਆ ਨਾ ਕਿ 2 ਕੈਟਾਗਰੀਆਂ ਦੀ ਅੱਲਾ ਨੇ ਜੀ ਬਣਾ ਛੜਿਆ ਹੈ। ਇੱਕ ਰਹਿਮਾਨ ਦਾ ਰਸਤਾ ਹੈ, ਇੱਕ ਸ਼ੈਤਾਨ ਦਾ ਰਸਤਾ ਹੈ। ਅੱਛਾ ਰਾਣਾ ਸਾਹਿਬ, ਸਾਨੂੰ ਇੱਕ ਹੋਰ ਦੱਸੋ ਕਿ ਬੇਗੁਨਾਹ ਲੋਕ ਕਿਆ ਜੇਲ੍ਹ 'ਚ ਜਾਂਦੇ ਨੇ? ਬੇਗੁਨਾਹ 'ਚ ਮੇਰੇ ਕੋਲ ਤੁਸੀਂ ਇਹ ਸਵਾਲ ਕਰ ਸਕਦੇ ਹੋ ਕਿ ਬੇਗੁਨਾਹਾਂ ਦੀ ਉੱਥੇ ਰੇਸ਼ੋ ਕਿੰਨੀ ਹੈ ਤੇ ਉਹ ਸਭ ਤੋਂ ਕਸੂਰ ਕਿਹਦਾ ਹੈ? ਕਿਆ ਸਾਡੇ ਨਿਜ਼ਾਮ ਦਾ ਕਸੂਰ ਹੈ ਕਿਹਦਾ? ਉਹ ਮੈਂ ਤੁਹਾਨੂੰ ਵਜ਼ਾਹਤ ਨਾਲ ਦੱਸ ਰਹਾ ਵਾਂ। ਠੀਕ ਹੈ। ਮੇਰੇ ਕੋਲ ਕੋਈ ਫੈਸਲਾ ਕਰਾਏ ਨਾ ਜੀ ਤੇ ਮੈਂ ਸਭ ਤੋਂ ਜ਼ਿਆਦਾ ਕਸੂਰਵਾਰ ਇਸ ਮਾਸ਼ਰੇ ਨੂੰ ਠਹਿਰਾਨਾ। ਠੀਕ ਹੈ। ਮਾਸ਼ਰੇ ਤੋਂ ਮੁਰਾਦ ਮੈਂ ਪਿੰਡ ਦਾ ਰਹਿਣ ਵਾਲਾ, ਮੈਂ ਆਪਣੇ ਪਿੰਡ ਦਾ ਸਭ ਤੋਂ ਜ਼ਿਆਦਾ ਕਸੂਰ ਸਮਝਣਾ ਕਿ ਮੈਂ ਜੇਲ੍ਹ 'ਚ ਕਿਉਂ ਗਿਆ। ਮੇਰੀ ਤਰ੍ਹਾਂ ਹੀ ਹੈ ਨਾ, ਸਾਰੇ ਪਿੰਡਾਂ ਦਾ ਹੀ ਸਿਸਟਮ ਹੈ ਨਾ। ਠੀਕ ਹੈ। ਜਿੱਦਣ ਮੇਰੇ ਤੇ 302 ਦਾ ਪਰਚਾ ਹੋਇਆ ਸੀ, ਅਸੀਂ 35 ਬੰਦੇ ਇਕੱਠੇ ਸਾਂ, 18,000 ਮਖਲੂਕਾਤ ਦੇ ਬਿਹਤਰੀਨ 35 ਇਨਸਾਨ ਇਕੱਠੇ ਸਾਂ।
ਔਰ ਸਾਰਿਆਂ ਨੂੰ ਪਤਾ ਕਿ ਇਸ ਬੰਦੇ ਦਾ ਕਤਲ ਨਾਲ ਤਲਕ ਨਹੀਂ ਹੈ, ਫਲਾਣ ਜਗ੍ਹਾ ਤੇ ਸੀ ਜਦੋਂ ਫਾਇਰ ਵੀ ਹੋਇਆ। ਠੀਕ ਹੈ। ਉਹ 35 ਜਾ ਕੇ ਥਾਣੇ ਵੀ ਗਿਆ। ਬਾਕੀ ਕੁਝ ਜਦੋਂ ਅਸੀਂ ਬਰਾਦਰੀਜ਼ਮ ਦੀ ਭੀਟ ਚੜ੍ਹਨੇ ਆ ਨਾ, ਉਹਨਾਂ ਕਿਹਾ ਫਸ ਗਿਆ ਜੇ ਰੜੀ ਕੱਢ ਦਿਓ। ਠੀਕ ਹੈ। ਉਹ ਫਲਾਣੇ ਟਾਈਮ ਆ, ਮੇਰੇ ਮੁੰਡੇ ਨੂੰ ਇਹਨੇ ਚੰਡ ਵੀ ਮਾਰੀ ਹਜੇ, ਹਾਂ ਉਹ ਇਹਨੂੰ ਛੱਡ ਦਿਆ ਤੇ ਫਲਾਣੇ ਉਹਨਾਂ ਨਾਲ ਵੀ ਪਿਆ ਲੜਦਾ। ਇਹ ਨਹੀਂ ਸੋਚਿਆ ਕਿ ਇਹ ਕਿਸ ਨੀਅਤ ਨਾਲ ਆਇਆ, ਨੇਕੀ ਦੀ ਨੀਅਤ ਨਾਲ ਡਾਕੂ ਫੜਨ ਆਇਆ। ਉਹ ਇਹਦੀ ਤੇ ਅਸਾਂ ਸਾਰੇ ਪਿੰਡ ਦੇ ਰਲ ਕੇ ਅੱਜ ਮਦਦ ਕਰਨੀ ਹੈ, ਇਹਦੇ ਨਾਲ ਕਿਧਰੇ ਜ਼ਿਆਦਤੀ ਨਾ ਹੋ ਜੇ। 15 ਮੇਰੇ ਨਾਲ, 5 ਉਹਨਾਂ ਨਾਲ, ਤੇ ਬਾਕੀ 1500 ਬੰਦਾ ਘਰ ਲੰਮੇ ਪੈ ਗਿਆ। ਉਹ 1500 ਨੂੰ ਅੱਲਾ ਨੇ ਅਜ਼ਾਬ ਨਾਜ਼ਲ ਕਰਨਾ ਹੈ। ਉਹ ਕਿਸੇ ਸੂਰਤ ਉਹਨਾਂ ਨੂੰ ਚਾਹੀਦਾ ਸੀ ਕਿ ਮੇਰੀ ਉਹ ਮਦਦ ਕਰਦੇ। ਮੈਂ ਉਹਨਾਂ ਦੀ ਸਲਾਹ, ਮੈਂ ਡਾਕੂ ਫੜਨ ਗਿਆ, ਮੇਰਾ ਪਿੰਡ ਦਾ ਇੱਕ ਬੰਦਾ ਲੁੱਟਿਆ ਜਾ ਰਿਹਾ, ਮੈਨੂੰ ਕਾਲ ਆਈ ਹੈ, ਮੈਂ ਗਿਆ ਵਾਂ ਨਾ, ਮੇਰੇ ਜਜ਼ਬੇ ਨੂੰ ਨਾ ਖਮੋਸ਼ ਕੀਤਾ, ਮੇਰੀ ਨੇਕੀ ਨੂੰ ਖਮੋਸ਼ ਕੀਤਾ। ਅੱਗੋਂ ਮੈਨੂੰ ਵੇਖ ਕੇ 90% ਲੋਕਾਂ ਆਖਿਆ, ਅੱਗੋਂ ਉਸ ਤੋਂ ਬਾਅਦ ਬੜੇ ਜਿਹੇ ਘਰ ਲੁੱਟੇ ਗਏ ਨੇ, ਜਾ ਕੇ ਤਸਦੀਕ ਕਰ ਲਿਓ, 35 ਤੋਂ 40 ਘਰ ਲੁੱਟੇ ਗਏ ਨੇ। ਪੁੱਛਿਆ ਜੇ ਜਾ ਕੇ, ਇੱਕ ਬੰਦਾ ਵੀ ਕਿਸੇ ਦੀ ਮਦਦ ਵਾਸਤੇ ਗਿਆ? ਜਦੋਂ ਮੇਰੀ ਮਦਦ ਨਹੀਂ ਨਾ ਕੀਤੀ, ਉਹ ਜਿਹੜੇ ਲੋਕਾਂ ਨੂੰ ਸਮਝ ਆ ਗਏ, ਜਿਹੜੇ ਮੇਰੇ ਨਾਲ ਦੇ ਕੋਈ 2-4 ਗੈਰਤਮੰਦ ਇਨਸਾਨ ਹੈ ਸਨ ਨਾ, ਕਿ ਮਦਦ ਕਰਿਆ ਤੇ 10 ਸਾਲ ਜੇਲ੍ਹ ਹੋ ਜਾਂਦੀ ਹੈ, ਉਹਨਾਂ ਕਿਹਾ ਬਸ ਲੁੱਟੇ ਜਾਓ। ਜਿਹੜੇ ਬਗੈਰਤ ਘਰ ਬੈਠੇ ਗਏ ਸਨ, ਬੜੇ ਜਿਹੇ ਲੁੱਟੇ ਗਏ ਨੇ। ਇਸ ਵਾਸਤੇ ਮੇਰੀ ਮਾਸ਼ਰੇ ਨੂੰ ਇਹ ਸਬਕ ਹੈ, ਸਭ ਤੋਂ ਜ਼ਿਆਦਾ ਕਸੂਰ ਮੇਰੇ ਮਾਸ਼ਰੇ ਦਾ। ਦੂਸਰੇ ਨੰਬਰ ਤੇ ਸਾਡਾ ਅਦਲੀਆ। ਪੁਲਿਸ ਕੋਲ ਮੈਂ ਆਇਆ ਵਾਂ, ਪੁਲਿਸ ਮੈਨੂੰ ਫੜ ਕੇ ਲਿਆਂਦਾ, ਉਹਨਾਂ ਮੈਨੂੰ 14 ਦਿਨ ਜੋ ਮੇਰੇ ਨਾਲ ਹੋ ਸਕਦਾ ਸੀ ਕੀਤਾ, ਮੇਰੇ ਪਿੰਡੋਂ ਐਵੀਡੈਂਸ ਇਕੱਠੇ ਕੀਤੇ, ਸਾਰਾ ਕੋਈ ਸਬੂਤ। ਮੈਂ ਦਾਅਵੇ ਨਾਲ ਕਹਿ ਸਕਣਾ ਯੂਨਸ ਸਾਹਿਬ, ਲੋਕ ਪੁਲਿਸ ਨੂੰ ਬੜੀਆਂ ਗਾਲਾਂ ਕੱਢਦੇ ਨੇ, ਪੁਲਿਸ ਕਰਪਸ਼ਨ ਕਰਦੀ ਹੈ, ਪੁਲਿਸ ਕਰਪਸ਼ਨ ਕਰ। ਮੈਂ ਦਾਅਵੇ ਨਾਲ ਕਹਿਣਾ, ਮੈਂ 302 ਦੇ ਮਾਮਲੇ 'ਚ ਕਿਸੇ ਬੇਗੁਨਾਹ ਨੂੰ ਗੁਨਾਹਗਾਰ ਲਿਖਦਿਆਂ ਪੁਲਿਸ ਨੂੰ ਨਹੀਂ ਵੇਖਿਆ। ਅੱਛਾ। ਕਿਸੇ ਬੜੇ ਤੋਂ ਬੜੇ ਕਦੇ ਐਮਪੀਏ ਵੀ ਆਖਿਆ ਹੋਏਗਾ ਨਾ, ਕਿਉਂਕਿ ਗੈਰਤ ਹਰ ਇਨਸਾਨ ਦੇ ਅੰਦਰ ਹੈ। ਪਤਾ ਹੁੰਦਾ ਜ਼ਿੰਦਗੀ ਮੌਤ ਦਾ ਖੇਲ ਹੈ। ਕਿਸੇ ਪੁਲਿਸ ਅਫਸਰ ਨੇ ਅੱਜ ਤੱਕ ਬੇਗੁਨਾਹ ਨੂੰ ਗੁਨਾਹਗਾਰ ਨਹੀਂ ਲਿਖਿਆ ਤੇ ਗੁਨਾਹਗਾਰ ਨੂੰ ਬੇਗੁਨਾਹ ਨਹੀਂ ਲਿਖਿਆ। ਜੋ ਉਹਨਾਂ ਦੀ ਸਮਝ ਆ ਗਿਆ, ਹਾਂ ਐਜ਼ ਏ ਇਨਸਾਨ ਉਹਨਾਂ ਕੋਲ ਮਿਸਟੇਕ ਹੋ ਗਈ ਹੋ ਤਾਂ ਵੱਖਰੀ ਬਾਤ ਹੈ, ਯਾਨੀ ਕੋਈ ਨਾ ਚਾਹੁੰਦੇ ਹੋਏ ਉਹਨਾਂ ਕੋਲ ਹੋ ਜੇ ਤੋਂ ਵੱਖਰੀ ਗੱਲ ਹੈ। ਲੇਕਿਨ ਉਹਨਾਂ ਜਾਣ ਬੁੱਝ ਕੇ ਪੁਲਿਸ ਨੇ ਅੱਜ ਤੱਕ 302 ਦੇ ਬੰਦੇ ਗੁਨਾਹਗਾਰ ਨੂੰ ਬੇਗੁਨਾਹ ਨਹੀਂ ਲਿਖਿਆ ਤੇ ਬੇਗੁਨਾਹ ਨੂੰ ਗੁਨਾਹਗਾਰ ਨਹੀਂ ਲਿਖਿਆ। ਠੀਕ ਹੈ। ਮੈਨੂੰ ਬੇਗੁਨਾਹ ਉਹਨਾਂ ਲਿਖ ਦਿੱਤਾ ਕਿ ਇਸ ਬੰਦੇ ਦਾ ਕੋਈ ਕਸੂਰ ਨਹੀਂ, ਇਹ ਨੇਕੀ ਦੀ ਨੀਅਤ ਨਾਲ ਗਿਆ। ਇਹ ਐਵੀਡੈਂਸ ਲਿਖ ਕੇ ਫਾਈਨਲ ਜ਼ਿਮਨੀ ਸੈਂਡ ਟੂ ਕੋਰਟ ਕਰ ਦਿੱਤੀ। ਅੱਗੋਂ ਚੜੇ ਅਸੀਂ ਅਦਾਲਤਾਂ ਦੇ ਰਹਿਮੋ ਕਰਮ ਤੇ। ਖੁਦਾ ਦੀ ਕਸਮ, ਮੈਨੂੰ ਅਦਾਲਤਾਂ ਦਾ ਨਾਮ ਸੁਣ ਕੇ ਨਾ ਖੂਨ ਖੋਲਦਾ ਯਾਰ, ਇਹ ਕਿਹੜਾ ਨਿਜ਼ਾਮ ਹੈ। ਜਦੋਂ ਅਸੀਂ 1 ਤੋਂ 35-36 ਨੰਬਰ ਵੇਹਨੇ ਆ ਨਾ, ਔਰ ਫਿਰ ਜਦੋਂ ਵੇਹਨੇ ਆ ਇਮਰਾਨ ਖਾਨ ਨੂੰ ਗੱਡੀ 'ਚ ਬਹਿ ਕੇ 10 ਜ਼ਮਾਨਤਾਂ, ਨਵਾਜ਼ ਸ਼ਰੀਫ ਨੂੰ ਗੱਡੀ 'ਚ ਬਹਿ ਕੇ ਜਹਾਜ਼ ਤੋਂ ਆਇਆ ਮੁਜਰਮ ਸੀ ਆ ਤਰੀਕਾਕਾਰ, ਸਾਨੂੰ ਸਮਝ ਤੋਂ ਬਾਲਾ ਤਾਂ ਰਿਹਾ ਕਿਹੜੇ ਕਾਨੂੰਨ ਦੇ ਤਹਿਤ ਸਾਰਾ ਕੁਝ ਹੋ ਰਿਹਾ। ਪਰ ਅਸੀਂ ਕਿਉਂਕਿ ਮੈਂ ਤੇ ਇਸ ਸਬਕ ਨੂੰ ਬਹੁਤ ਜ਼ਿਆਦਾ ਪੜ੍ਹ ਲਿਆ ਸੀ, ਜੋ ਜ਼ੁਲਮ ਹੋ ਗਿਆ ਸੀ ਵੇਖ ਲਿਆ। ਦੂਸਰਾ ਗੁਨਾਹਗਾਰ ਅਦਾਰਾ ਜਿਹੜਾ ਨੂੰ ਅਦਲੀਆ, ਔਰ ਉਹਦੇ 'ਚ ਸਾਡਾ ਅਦਲੀਆ ਕੱਲੀ ਨਹੀਂ, ਜੱਜ ਕੱਲੇ ਦਾ ਗੁਨਾਹ ਨਹੀਂ, ਉਹਦੇ 'ਚ ਵਕੀਲ ਸ਼ਾਮਲ ਹੈ, ਸਰਕਾਰੀ ਵਕੀਲ ਸ਼ਾਮਲ ਹੈ, ਜੱਜ ਸ਼ਾਮਲ ਹੈ। ਪੁਲਿਸ ਵਾਲਾ ਜਿਹੜਾ ਨੂੰ 15 ਵਾਰੀ ਪਿੰਡ ਜਾਂਦਾ, ਉਹ 100 ਬੰਦਾ ਇਕੱਠਾ ਕਰਦਾ, 10 ਇਕੱਠੇ ਕਰਦਾ, ਜਾ ਕੇ ਪੁੱਛਦਾ ਉਹ ਇਸ ਬੰਦੇ ਦਾ ਕੋਈ ਗੁਨਾਹ ਹੈ, ਇਹਦਾ ਅਸਲਾ ਚੱਲਿਆ ਨਹੀਂ ਚੱਲਿਆ, ਐਵੀਡੈਂਸ ਇਕੱਠੇ ਕਰਦਾ, ਕੁਝ ਨਾ ਕੋਈ ਤਾਂ ਮੁੱਦਾ ਇਕੱਠਾ ਕਰਦਾ। ਜੱਜ ਕੋਲ ਇੱਕ ਚੋਰ ਬੰਦਾ ਹੁੰਦਾ ਜਿਹੜਾ ਝੂਠੀਆਂ ਕਸਮਾਂ ਦਾ ਆਦੀ, ਉਹ ਆ ਕੇ ਕਹਿੰਦਾ ਜੀ ਮੈਂ ਕਟਾਰੇ 'ਚ ਖਲੋ ਕੇ ਸੱਚ ਬੋਲ ਰਿਹਾ, ਕਤਲ ਇਹਨੇ ਕਿਤੇ ਇੱਕ ਬੰਦਾ। ਜੱਜ ਉਹਦੇ ਐਵੀਡੈਂਸ ਤੇ ਮੈਨੂੰ ਸਜ਼ਾ ਦਿੰਦਾ। ਉਹਨੇ ਖੁਦਾ ਨੂੰ ਜਾਨ ਨਹੀਂ ਦੇਣੀ, ਦੇਣੀ ਹੈ ਨਾ। ਮਤਲਬ ਪੁਲਿਸ ਅਫਸਰ ਵੀ ਉਹੀ ਸੀ, ਉਹ ਜੱਜ ਸੀ, ਅਸਲ ਪੁਲਿਸ ਅਫਸਰ ਜੱਜ ਸੀ। ਠੀਕ ਹੈ। ਜਿਹਨੇ ਮੈਨੂੰ ਬੇਗੁਨਾਹ ਕੀਤਾ, ਜਿਹਨੇ 3 ਮਹੀਨੇ ਦੀ ਸਟਰਗਲ ਤੋਂ ਬਾਅਦ ਇਹ ਸਾਬਤ ਕੀਤਾ ਕਿ ਇਸ ਬੰਦੇ ਦਾ ਕਸੂਰ ਕੋਈ ਨਹੀਂ, ਉਹ ਬੇਗੁਨਾਹ ਲਿਖ ਕੇ ਲਿਆਉਂਦਾ ਕਿ ਇਹ ਇਨੋਸੈਂਟ ਹੈ। ਜੱਜ ਮੈਨੂੰ 2 ਸਾਲ ਦੇ ਟ੍ਰਾਇਲ ਤੋਂ ਬਾਅਦ ਆਂਦਾ ਜੁਰਮ ਸਾਬਤ ਹੁੰਦਾ ਤੇ 25 ਸਾਲ ਸਜ਼ਾ ਹੈ। ਦੂਸਰਾ ਕਸੂਰਵਾਰ ਸਾਡੀਆਂ ਅਦਾਲਤਾਂ ਨੇ। ਤੀਸਰੇ ਨੰਬਰ ਤੇ ਪੁਲਿਸ ਜਿਹੜੀ ਹੈ ਨਾ, ਲੜਾਈ ਝਗੜੇ 'ਚ ਛੋਟਾ ਮੋਟਾ ਕਿਸੇ ਨਾਲ ਕਰਦੀ ਹੋਏਗੀ, ਮਨਸ਼ਿਆਤ ਜਿਹੜੇ ਨੇ, ਜਿਹੜਾ ਬੰਦੇ ਕੋ ਪਾ ਫੜ ਕਤੀ ਉਹਦੇ ਤੇ ਕਿਲੋ ਪਾਛੜੀ, ਇਹ ਮੈਂ ਵੇਖਿਆ। ਇੱਕ ਡਿਕੇਟ ਜਿਹਨੇ ਇੱਕ ਡਿਕੇਟੀ ਕੀਤੀ ਉਹ ਤੇ 10 ਡਿਕੇਟੀਆਂ ਪੈ ਗਈਆਂ, ਇਹ ਵੇਖੀਆਂ ਨੇ। ਲੇਕਿਨ ਮੈਂ ਉਹਨੂੰ ਜੁਰਮ ਇਸ ਵਾਸਤੇ ਸਮਝਦਾ, ਡਿਕੇਟ ਨੂੰ ਹੀ ਡਿਕੇਟ ਸਾਬਤ ਕਰਦੇ ਨੇ। ਤੁਹਾਨੂੰ ਕਦੇ ਜ਼ਿੰਦਗੀ 'ਚ ਡਿਕੇਟੀ ਦਾ ਪਰਚਾ ਹੋਇਆ? ਨਹੀਂ, ਮੇਰੇ ਤੇ ਵੀ ਨਹੀਂ ਹੋਇਆ। 50 ਸਾਲ ਉਮਰ ਹੋ ਗਈ, ਜਦੋਂ ਮੈਂ ਕੀਤੀ ਨਹੀਂ ਤੇ ਮੇਰੇ ਤੇ ਹੋਣਾ ਕਦ ਹੈ। ਜਿਹਨੇ ਡਿਕੇਟੀ ਕੀਤੀ ਉਹ ਡਿਕੇਟੀ, ਪੁਲਿਸ ਨੂੰ ਮੈਂ ਐਡਾ ਗੁਨਾਹਗਾਰ ਨਹੀਂ ਸਮਝਦਾ। ਪੁਲਿਸ ਪੈਸੇ ਲੈਂਦੀ ਹੈ ਜਾਇਜ਼ ਕੰਮ ਕਰਨ ਦੇ, ਔਰ ਉਹਨਾਂ ਦਾ ਕਸੂਰ ਪਤਾ ਕੀ ਹੈ ਪੁਲਿਸ ਦਾ? ਆ ਤੁਸੀਂ ਕਦੇ ਲਾਹੌਰ ਜੀ ਗਏ ਹੋ ਸਵੇਰੇ ਸਵੇਰੇ? ਉਹ ਵਿਚਾਰੇ 20 ਬੰਦੇ ਡੱਕ ਕੇ ਆਉਂਦੇ ਨੇ ਸਾਡੇ ਲਾਹੌਰ ਹਾਈ ਕੋਰਟ ਤੇ, ਉਹਨਾਂ ਨੂੰ ਕੋਈ ਕਿਰਾਇਆ ਨਹੀਂ ਦਿੰਦਾ, ਤਨਖਾਹ ਬੱਚਿਆਂ ਵਾਸਤੇ ਲੱਗੇ। ਇਹਨਾਂ ਸਾਡਾ ਸਿਸਟਮ ਗਲਤ ਹੈ।
ਸਾਡਾ ਅਦਾਰਾ ਗਲਤ ਹੈ। ਜਿੰਨੇ ਸਾਨੂੰ ਪੁਲਿਸ ਨੂੰ ਇੱਕ ਨਿਜ਼ਾਮ ਹੋਣਾ ਚਾਹੀਦਾ ਹੈ, ਜਿਨ੍ਹਾਂ ਹਾਈ ਕੋਰਟ ਜਾਣਾ ਸਿਰੇ ਸਰਕਾਰੀ ਗੱਡੀ ਲੱਗਦੀ, ਬਾਇਜ਼ਤ ਤਰੀਕੇ ਨਾਲ ਜਾਂਦੇ, ਨਾ ਕਿਸੇ ਮਦਈ ਨਾਲ ਬਹਿੰਦੇ, ਨਾ ਕਿਸੇ ਮੁਜਰਮ ਨਾਲ ਬਹਿੰਦੇ। ਉਹਨਾਂ ਦੀ ਸਲਾਹ ਨਹੀਂ, ਅਸੀਂ ਮਤਲਬ ਜਿਹੜਾ ਕਾਨੂੰਨੀ ਖੰਭ ਸਨ ਉਹਨਾਂ ਨੂੰ ਦੂਰ ਨਹੀਂ ਕੀਤਾ, ਉਹਨਾਂ ਤੇ ਸਾਨੂੰ ਮੋਹਰ ਲਾ ਛੜੀ, ਜ਼ਾਲਮ ਨੇ, ਕਮੀਨੇ ਨੇ, ਕੁੱਤੇ ਨੇ, ਇਹ ਹੈ ਉਹ ਹੈ, ਇਹ ਕਰਪਸ਼ਨ ਕਰਦੇ ਨੇ। ਇਹ ਸਾਡੇ ਅੰਦਰ ਦੇ ਇਖਤਿਆਰ, ਲੇਕਿਨ ਇਹ ਨਹੀਂ ਵੇਖਿਆ ਕਿ ਕਰਦੇ ਕਿਉਂ ਨੇ। ਇਹਨਾਂ ਦਾ ਅਸਲ ਕਰਪਸ਼ਨ ਜਿਹੜੀ ਹੈ ਉਹ ਅਦਾਲਤਾਂ 'ਚ, ਅਦਾਲਤਾਂ 'ਚ ਜਾ ਕੇ ਜੱਜ ਸਾਹਿਬ ਦੇ ਸਾਹਮਣੇ ਜਦੋਂ ਤਰੀਕ ਲੈਣੇ ਆ, ਬਰੀ ਹੁੰਨੇ ਆ, ਤੇ ਉਹ ਜਿਹੜਾ ਰੀਡਰ ਪੈਸੇ ਲੈਂਦਾ, ਕਿਆ ਉਹ ਜੱਜ ਨੂੰ ਪਤਾ ਨਹੀਂ? ਅਸਲ ਅਜ਼ਾਬ ਆਇਆ ਨਾ ਇਸ ਮੁਲਕ 'ਚ ਜਦੋਂ ਵੀ ਕਿਧਰੇ ਆਇਆ, ਔਰ ਕੌਮਾਂ ਜਦੋਂ ਤਬਾਹ ਹੁੰਦੀਆਂ ਨੇ ਇਨਸਾਫ ਦੀ ਵਜ੍ਹਾ ਤੋਂ ਹੁੰਦੀਆਂ ਨੇ, ਔਰ ਸਾਡੀ ਅਦਲੀਆ ਦੀ ਵਜ੍ਹਾ ਤੋਂ ਕੌਮਾਂ ਜਦੋਂ ਵੀ ਤਬਾਹ ਹੋਏਗਾ ਮੁਲਕ, ਉਹਦੇ ਸਭ ਤੋਂ ਜ਼ਿਆਦਾ ਕਸੂਰਵਾਰ ਸਾਡੀਆਂ ਅਦਲੀਆ ਹੋਏਗੀ। ਅੱਛਾ ਰਾਣਾ ਸਾਹਿਬ, ਸਾਨੂੰ ਦੱਸੋ ਕੋਈ ਐਸਾ ਨਸੀਹਤ ਮੌਜੂ ਵਾਕਿਆ ਸੁਣਾਓ ਜਿਹਦੇ 'ਚ ਅਦਲੀਆ ਨੇ ਜ਼ੁਲਮ ਕੀਤਾ ਹੋਵੇ ਤੇ ਲੋਕੀ ਫਾਇ ਲੱਗ ਗਏ ਹੋਣ। ਮੈਂ ਗੁਜਰ ਸਾਹਿਬ ਤੁਹਾਨੂੰ ਦੱਸਣਾ ਕਿ ਲਾਹੌਰ ਸ਼ਫਾਅਤੁੱਲਾ ਇੱਕ SSP ਹੋਏ ਨੇ, ਗੁੱਜਰ ਸੀ। ਅੱਛਾ, ਗੁੱਜਰ ਬਰਾਦਰੀ ਨਾਲ ਇੱਕ ਲਿਬਰਟੀ ਮਾਰਕੀਟ ਦੇ ਵਿੱਚ ਕੋਈ ਸੁਨਿਆਰਾ ਕਤਲ ਹੋ ਗਿਆ। ਅੱਛਾ, ਪੁਲਿਸ ਨੇ ਫਟਾਫਟ ਫੜ ਕੇ ਨਾ ਬੰਦੇ 5 ਡਕੈਤੀ ਉਹਨਾਂ ਹੋਰ ਕਿਲੇ ਕੀਤੀ, ਬੰਦੇ ਫੜ ਕੇ ਜਦੋਂ ਉਹਨਾਂ ਨੂੰ ਤਸ਼ੱਦਦ ਕੀਤਾ, ਡਕੈਤਾਂ ਨੇ ਆਖਿਆ ਜੀ ਅਸਾਂ ਹੀ ਉਹ ਕਤਲ ਵੀ ਕੀਤਾ। ਠੀਕ ਹੈ, ਉਹਨਾਂ ਨੂੰ ਉਹਨਾਂ ਚਲਾਨ ਲਿਖ ਕੇ ਘੱਲ ਛੜਿਆ, ਕਿਉਂਕਿ ਜ਼ੀਰੇ ਵਾਲਾ ਚੋਰੀ ਪ੍ਰੇਜ਼ਲਾਈਜ਼ ਆਉਸਣ ਸ਼ਬਾਜ਼ ਸ਼ਰੀਫ ਦਬਾਓ ਇੰਨਾ ਜ਼ਿਆਦਾ ਸੀ, ਉਹਨਾਂ ਨੇ ਗੁਨਾਹਗਾਰ ਬੇਗਨਾ ਬੰਦੇ ਜਿਹੜੇ ਸਨ ਉਹਨਾਂ ਨੇ ਇਸ ਕਬਾਲੇ ਜੁਰਮ ਕਰ ਲਿਆ ਕਿ ਸਾਜ਼ਾਂ ਕੀਤਾ, ਉਹਨਾਂ ਨੇ ਉਹਨਾਂ ਨੂੰ ਚਲਾਨ ਕਰ ਛੜਿਆ। ਕਤਲ ਉਹਨਾਂ ਹੋਰ ਕੀਤੇ ਸਨ, ਸੁਨਿਆਰਾ ਨੇ ਹੀ ਕਤਲ ਕੀਤਾ। ਠੀਕ ਹੈ, ਉਹ ਬੰਦੇ ਜੇਲੇ ਆ ਗਏ, 5 ਬੰਦੇ ਸਨ, 5 ਹੀ ਸਜ਼ਾਏ ਮੌਤ ਹੋ ਗਏ। ਅੱਛਾ, ਜਿਹੜੇ ਦੂਸਰੇ ਕਤਲ ਸਨ ਨਾ ਜਿਹੜੇ ਉਹਨਾਂ ਕੀਤੇ ਸਨ ਉਹਨਾਂ ਚੋਂ ਬਰੀ ਹੋ ਗਏ। ਅੱਛਾ, ਤੇ ਜਿਹੜਾ ਕਤਲ ਨਹੀਂ ਨਾ ਕੀਤਾ ਉਹਦੇ ਚੋਂ ਸਜ਼ਾਏ ਮੌਤ ਬਹਾਲ ਰਹਿ ਗਈ। ਠੀਕ ਹੈ, ਉਹ ਹੋਇਆ ਹੈ ਕਿ ਅਰਸਾ ਤਕਰੀਬਨ 3 ਸਾਲ ਤੋਂ ਬਾਅਦ ਬੰਦੇ 3 ਫੜਕ ਤੇ ਹੋਰ, ਉਹ ਜਦੋਂ ਪੁਲਿਸ ਨੇ ਜੁੱਤੀਆਂ ਮਾਰੀਆਂ, ਉਸੇ SP ਕੋਲ ਬੰਦੇ ਆਏ, ਉਹਨਾਂ ਆਖਿਆ ਜੀ ਉਹ ਸੁਨਿਆਰਾ ਅਸਾਂ ਕਤਲ ਕੀਤਾ ਸੀ। ਅੱਛਾ, ਸੁਨਿਆਰਾ ਅਸਾਂ ਕਤਲ ਕੀਤਾ ਸੀ। ਤੇ ਉਹਨਾਂ ਉਹ ਕਲਾਸ਼ਨ ਕੋ ਵੀ ਜਿਹੜੀ ਸੁਨਿਆਰੇ ਕੋ ਚੁੱਕੀ ਸੀ ਉਹ ਵੀ ਬਰਾਮਦ ਕਰਾਤੀ ਤੇ ਸੋਨਾ ਵੀ। ਅੱਛਾ, ਉਹ ਗੁਜਰ ਸਾਹਿਬ ਕੋਈ ਅੱਲਾ ਦੇ ਚੰਗੇ ਬੰਦੇ ਹਨ, ਪੁਲਿਸ ਅਫਸਰ, ਉਹਨਾਂ ਸਮਝਿਆ ਮੇਰੇ ਕੋਲ ਜ਼ੁਲਮ ਹੋਇਆ, ਬੰਦੇ ਸਜ਼ਾਏ ਮੌਤ ਹੋ ਗਏ ਨੇ, ਤੇ ਕਿਉਂ ਨਾ ਮੈਂ ਇਹਨਾਂ ਦੀ ਮਦਦ ਕਰਾਂ। ਯੂਨਸ ਸਾਹਿਬ ਉਹਨਾਂ ਇੱਕ ਚਲਾਨ ਨਵਾਂ ਤਿਆਰ ਕੀਤਾ ਤੇ ਅਦਾਲਤ 'ਚ ਜਾ ਕੇ ਰਿਕੁਐਸਟ ਕੀਤੀ ਕਿ ਜਨਾਬ ਮੇਰੇ ਕੋਲੋਂ ਗਲਤੀ ਹੋ ਗਈ ਹੈ, ਬੰਦੇ ਨੇ ਅਸਲ ਕਾਤਲ ਇਹ ਨੇ। ਠੀਕ ਹੈ, ਪੁਲਿਸ ਨੇ ਫਾਈਲ ਗੁਜਰ ਸਾਹਿਬ ਦੇ ਮੂੰਹ ਤੇ ਮਾਰੀ, ਉਹਨਾਂ ਕਹਾ ਨਾਜਾ ਇਹ ਕਿਹੜੀ ਨਵੀਂ ਅਦਾਲਤ ਨੇ ਮਾਰੀ? ਅਦਾਲਤ ਨੇ। ਅੱਛਾ, ਕਿਹਾ ਕੀ ਡਰਾਮੇਬਾਜ਼ੀ ਕਰਕੇ ਆ ਗਏ ਹੋ? ਠੀਕ ਹੈ ਜਨਾਬ, ਉਸ SP ਸਾਹਿਬ ਨੇ ਉਸੇ ਫਾਈਲ ਨੂੰ ਦੁਬਾਰਾ ਲੈ ਕੇ ਗਏ ਨੇ ਸੁਪਰੀਮ ਕੋਰਟ, ਉੱਥੋਂ ਵੀ ਇਹੀ ਹਾਲ। ਬੰਦੇ ਮੈਂ 5 ਫੱਟੇ ਲੱਗਦੇ ਵੇਖੇ। ਅੱਛਾ, ਉਹਨਾਂ ਨੇ ਜਿਹਨਾਂ ਨੇ ਕਤਲ ਨਹੀਂ ਸੀ ਕੀਤਾ, ਉਹਨਾਂ ਉਹ ਸੁਨਿਆਰਾ ਨਹੀਂ ਸੀ ਮਾਰਿਆ, ਹੋਰ ਉਹਨਾਂ ਕੋਲ ਕੋਈ ਹੋਏ ਹੋਣਗੇ ਉਹਨਾਂ ਦੇ, ਕਿਉਂਕਿ ਡਕੈਟ ਹੈ ਸਨ। ਠੀਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਡਕੈਟ ਹੈ ਸਨ, ਲੇਕਿਨ ਉਹਨਾਂ ਕਤਲਾਂ ਨਾਲ ਉਹਨਾਂ ਦਾ ਕੋਈ ਤਲਕ ਨਹੀਂ ਸੀ, ਲੇਕਿਨ ਉਹਦੇ 'ਚੋਂ ਫੱਟੇ ਲੱਗ ਗਏ ਸਨ। ਅੱਛਾ, ਔਰ ਰਾਣਾ ਸਾਹਿਬ ਅਸੀਂ ਬਚ ਕਿਵੇਂ ਸਕਣੇ ਆ? ਵੇਖੋ ਨਾ, ਕਈ ਲੋਕ ਅਸੀਂ ਗੁਨਾਹ ਨਹੀਂ ਵੀ ਕਰਦੇ ਤੇ ਸਾਨੂੰ ਲੋਕ ਨਾ ਭੇਤ ਚਾੜ ਛੱਡਦੇ ਨੇ, ਕਈ ਨੂੰ ਤੇ ਇਹ ਕਿਹਾ ਮੈਂ ਗੱਲ ਬਚ ਪਤਾ ਕਹਿ ਸਕਨੇ ਆ, ਆਪਣੇ ਆਪ ਨੂੰ ਇੰਜ ਹੀ ਬਚਾਣਾ ਜੇ ਸਾਰਾ ਮਾਸ਼ਰਾ ਨੇ ਆਪਣੇ ਆਪ ਨੂੰ ਬਚਾ ਕੇ ਆਪਣੇ ਘਰਾਂ 'ਚ ਬਹਿ ਜਾਓ। ਅੱਜ ਉਹ ਦੌਰ ਆ ਗਿਆ ਜੇ ਤੁਹਾਡੀ ਸੁਲ੍ਹਾ ਕਰਾਉਣ ਵਾਲੀ, ਖੁਦਾ ਦੀ ਕਸਮ ਐਸਾ ਦੌਰ ਆ ਗਿਆ ਕਿ ਤੁਹਾਡੀ ਕਿਸੇ ਸੁਲ੍ਹਾ ਵੀ ਨਹੀਂ ਕਰਾਣੀ ਕਰਨੀ। ਪਹਿਲੋਂ ਲੋਕ ਜਿਹੜਾ ਨਾ ਕਿਸੇ ਦਾ ਕੋਈ ਸ਼ਰੀਕੇ ਬਰਾਦਰੀ 'ਚ ਕੋਈ ਬੰਦਾ ਵਿਆਹ ਸ਼ਾਦੀ ਤੇ ਰੁੱਸ ਜਾਂਦਾ ਸੀ ਨਾ, ਤੇ ਲੋਕ ਆ ਕੇ ਮਨਾ ਲੈਂਦੇ ਹਨ ਇਹਨੂੰ ਲੈ ਜਾਓ। ਦੋਸਤੋ, ਵੀਡੀਓ ਦੇ ਦੌਰਾਨ ਅਜ਼ਾਨ ਹੋ ਗਈ ਸੀ ਜਿਹਦੇ ਬਾਅਦ ਆਪਾਂ ਵਕਫਾ ਲਿਆ ਸੀ, ਤੇ ਰਾਣਾ ਸਾਹਿਬ ਕੋਲ ਅਸੀਂ ਪੁੱਛਦੇ ਹਾਂ ਪਏ ਕਿ ਅਸੀਂ ਬਚ ਕਿਵੇਂ ਸਕਨੇ ਆ। ਰਾਣਾ ਸਾਹਿਬ ਆਪਣੀ ਗੁਫ਼ਤਗੂ ਉੱਥੋਂ ਹੀ ਆਨ ਕਰੋ ਜਿੱਥੋਂ ਛੱਡੀ ਹੈ ਜੇ। ਬਚ ਇਸ ਵਾਸਤੇ ਸਕਨੇ ਆ ਕਿ ਅੱਜ ਸੁਲ੍ਹਾ ਕਰਨ ਦਾ ਰਿਵਾਜ ਜਿਹੜਾ ਨਾ ਕੁਰਬਾਨ ਦਾ ਰਿਵਾਜ ਗਿਆ ਮੁੱਕ। ਠੀਕ ਹੈ, ਹੁਣ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤੇ ਗੱਲ ਹੈ ਕਿ ਅਮਨ ਨਾਲ ਆਪਣੇ ਆਪਣੇ ਘਰਾਂ 'ਚ ਬਹਿ ਜਾਓ, ਨਾ ਕਿਸੇ ਦੀ ਚੰਗੀ ਚਾਹੋ ਤੇ ਨਾ ਕਿਸੇ ਦੀ ਮਾੜੀ ਚਾਹੋ। ਠੀਕ ਹੈ, ਸੁਲ੍ਹਾ ਕਰਵਾਉਣ ਵਾਲੇ ਲੋਕ ਮੁੱਕ ਗਏ ਜੇ, ਅੱਛੀਆਂ ਸੋਚਾਂ ਦੇ ਲੋਕ ਮੁੱਕ ਗਏ ਨੇ। ਅੱਗੇ ਸ਼ਰੀਕੇ ਬਰਾਦਰੀ 'ਚ ਕੋਈ ਬੰਦਾ ਨਾਰਾਜ਼ ਹੋ ਜਾਂਦਾ ਸੀ ਤੇ ਲੋਕ ਮਨਾਉਣ ਵਾਸਤੇ ਆ ਜਾਂਦੇ, ਹੁਣ ਉਹ ਲੋਕਾਂ ਮਨਾਉਣ ਵਾਲਾ ਰਿਵਾਜ ਮੁੱਕ ਗਿਆ। ਹੁਣ ਕੋਸ਼ਿਸ਼ ਕਰੋ ਕਿਸੇ ਨਾਲ ਨਾ ਝਗੜਾ ਕਰੋ, ਨਾ ਕਿਸੇ ਨਾਲ ਝਗੜਾ ਕਰਨ ਦੀ ਜ਼ਰੂਰਤ ਹੈ। ਆਪਣੇ ਮਾਮਲਾਤ ਨੂੰ ਆਪਣੇ ਤੱਕ ਮਹਦੂਦ ਕਰਕੇ ਕਿਸੇ ਦੇ ਘਰਾਂ 'ਚ ਦਖਲਅੰਦਾਜ਼ੀ ਨਾ ਦਿਓ, ਆਪਣੇ ਕੰਮ ਨਾਲ ਕੰਮ ਰੱਖ ਕੇ ਆਪਣੀ ਸਲਾਹ ਕਰੋ, ਕਿਸੇ ਤੇ ਤਨਕੀਦ ਨਾ ਕਰੋ। ਇਨਸ਼ਾਅੱਲਾ ਤੁਹਾਡੀ ਜ਼ਿੰਦਗੀ ਅੱਛੀ ਗੁਜ਼ਰ ਜਾਏਗੀ ਔਰ ਇਨਸ਼ਾਅੱਲਾ ਅੱਲਾਹ ਤੁਹਾਡੀ ਨਿਜਾਤ ਵੀ ਕਰ ਦੇਗਾ। ਆਮੀਨ। ਲੋ ਜੀ, ਰਾਣਾ ਸਾਹਿਬ ਸਾਡੇ ਨਾਲ ਮੌਜੂਦ ਸਨ, ਰਾਣਾ ਅਰਸ਼ਾਦ ਸਾਹਿਬ। ਦੋਸਤਾਂ ਦੀ ਫਰਮਾਇਸ਼ ਦੇ ਉੱਤੇ ਵੀਡੀਓ ਬਣਾਈ ਗਈ ਹੈ। ਇਸ ਵੀਡੀਓ ਦੇ ਹੋ ਸਕਦਾ 3 ਪਾਰਟ ਹੋ ਜਾਣ, ਕਿਉਂਕਿ ਕਾਫੀ ਲੰਬੀ ਵੀਡੀਓ ਬਣੀ ਹੈ, ਲੋਕੀ ਸੁਣਨਾ ਵੀ ਚਾਹੁੰਦੇ ਹਨ। 3 ਪਾਰਟ ਦੇ ਵਿੱਚ ਅਸੀਂ ਵੱਖਰੀ ਡਿਵਾਈਡ ਕਰਕੇ ਵੀਡੀਓ ਤੁਹਾਡੇ ਤੱਕ ਪਹੁੰਚਾਵਾਂਗੇ। ਤੇ ਰਾਣਾ ਸਾਹਿਬ ਦਾ ਇਹ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਨੇ ਆ। ਤੇ ਰਾਣਾ ਸਾਹਿਬ ਨੇ ਤੁਹਾਨੂੰ ਇਹ ਵੀ ਦੱਸ ਛੜਿਆ ਕਿ ਅਸੀਂ ਬਚਣਾ ਕਿਵੇਂ,
ਜੇਲ੍ਹ ਦੀ ਜ਼ਿੰਦਗੀ ਕਿਵੇਂ ਗੁਜ਼ਰਦੀ ਹੈ ਤੇ ਬਾਹਰ ਦੀ ਕਿਵੇਂ ਗੁਜ਼ਰਦੀ ਹੈ, ਤੁਸੀਂ ਆਪਣੀ ਸਲਾਹ ਕਿਵੇਂ ਕਰਨੀ ਹੈ, ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰ ਛੜੀਆਂ ਨੇ। ਅੱਲਾਹ ਹਾਫਿਜ਼।